ਰੋਜ਼ਾਨਾ ਲੋਕਨਾਥ ਟੀਵੀ ਦੇ ਸਪੈਸ਼ਲ ਪ੍ਰੋਗਰਾਮ ਦਾ ਯੋਗ ਰਾਜ ਸ਼ੋ ਵਿਦ ਸੁਖਵਿੰਦਰ ਸਿੱਧੂ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਉਹ ਮੁੱਦੇ ਚੁੱਕਦੇ ਹਾਂ ਜਿਹੜੇ ਮੁੱਦੇ ਦਬਾਏ ਜਾ ਰਹੇ ਨੇ ਜਾਂ ਫਿਰ ਪਿੱਛੇ ਰਹਿ ਜਾਂਦੇ ਨੇ। ਉਹਨਾਂ ਮੁੱਦਿਆਂ ਦੇ ਉੱਪਰ ਅਸੀਂ ਗੱਲਬਾਤ ਕਰਦੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਹੀ ਤਰ੍ਹਾਂ ਮੇਰੇ ਨਾਲ ਮੌਜੂਦ ਰਹਿੰਦੇ ਨੇ ਸਰਦਾਰ ਯੋਗਰਾਜ ਸਿੰਘ। ਇੱਕ ਵਾਰ ਫਿਰ ਤੋਂ ਸਰਦਾਰ ਯੋਗਰਾਜ ਸਿੰਘ ਸਾਡੇ ਨਾਲ ਆਨਲਾਈਨ ਜੁੜੇ ਨੇ। ਉਹਨਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਅਸੀਂ ਇਹ ਪ੍ਰੋਗਰਾਮ ਆਨਲਾਈਨ ਜਰੀਏ ਅਸੀਂ ਕਰਦੇ ਰਹਿੰਦੇ ਹਾਂ। ਪਹਿਲਾਂ ਸਾਡਾ ਇਹ ਪ੍ਰੋਗਰਾਮ ਫੇਸ ਟੂ ਫੇਸ ਹੁੰਦਾ ਸੀ, ਪਰ ਉਹਨਾਂ ਦੀ ਤਬੀਅਤ ਖਰਾਬ ਹੋਣ ਦੇ ਕਾਰਨ ਇਹ ਪ੍ਰੋਗਰਾਮ ਆਨਲਾਈਨ ਹੁੰਦਾ ਜਾ ਰਿਹਾ। ਸਰ ਸਵਾਗਤ ਹੈ ਇੱਕ ਵਾਰ ਫਿਰ ਤੋਂ ਰੋਜ਼ਾਨਾ ਲੋਕਨਾਥ ਟੀਵੀ ਤੇ ਤੁਹਾਡਾ। ਯੋਗਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਖਵਿੰਦਰ ਜੀ। ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੀ ਤਬੀਅਤ ਦਾ ਦੱਸੋ, ਤਬੀਅਤ ਕੀ ਹਾਲ ਹੈ? ਤਬੀਅਤ ਹੁਣ ਇੰਜੈਕਸ਼ਨਸ ਲੱਗ ਰਹੇ ਨੇ ਹਰ ਦੂਏ ਤੀਏ ਦਿਨ। ਮੈਨੂੰ ਡਾਕਟਰ ਟ੍ਰੀਟ ਕਰ ਰਿਹਾ ਹੈ। ਮੇਰਾ ਜਿਹੜਾ ਟ੍ਰੇਨਰ ਹੈ, ਜਿਹੜਾ 2-3 ਸਾਲ ਤੋਂ ਮੇਰੇ ਨਾਲ ਚੱਲ ਰਿਹਾ ਸੀ, ਉਹ ਮੈਨੂੰ ਥੋੜੀ ਬਹੁਤ ਐਕਸਰਸਾਈਜ਼ ਵੀ ਕਰਾਉਂਦਾ ਹੈ। ਸਰੀਰ ਦੇ ਵਿੱਚ ਥੋੜੀ ਕਲੌਟਿੰਗ ਹੋਣ ਲੱਗ ਗਈ ਸੀ, ਉਹ ਕਾਫੀ ਡੇਂਜਰਸ ਜਿਹੜੀ ਹੈ ਪੱਧਰ ਤੇ ਪਹੁੰਚ ਗਈ ਸੀ। ਫਿਰ ਉਹਨਾਂ ਨੇ ਟੀਕੇ ਲਾਉਣੇ ਸ਼ੁਰੂ ਕੀਤੇ ਹੈ ਤੇ ਕੁਝ ਖੁਰਾਕ ਜਿਹੜੀ ਹੈਗੀ ਆ ਉਹਨੂੰ ਚੇਂਜ ਕੀਤਾ ਹੈ, ਕਿਉਂਕਿ ਕੋਰੋਨਾ ਤੋਂ ਬਾਅਦ ਜਿਹੜੀ ਵਾਇਰਸ ਹੋਇਆ ਸੀਗਾ ਉਸ ਤੋਂ ਬਾਅਦ ਸਰੀਰ ਕਾਫੀ ਢਿੱਲਾ ਹੋ ਗਿਆ ਤੇ ਉਹ ਡਾਕਟਰ ਕਹਿੰਦੇ ਨੇ ਵੀ ਇਹਦਾ ਜਿਹੜੀ ਰਿਕਵਰੀ ਪੀਰੀਅਡ ਹੈ ਕਈ ਵਾਰੀ ਲੰਬਾ ਹੋ ਜਾਂਦਾ। ਸੋ ਕਾਫੀ ਵੀਕਨੈਸ ਰਹਿੰਦੀ ਹੈ, ਦਰਦ ਬਹੁਤ ਰਹਿੰਦੀ ਹੈ ਬਾਡੀ ਦੇ ਵਿੱਚ। ਉਹਦੇ ਇੰਜੈਕਸ਼ਨਸ ਜਿਹੜੇ ਲੱਗ ਰਹੇ ਨੇ, ਹੌਲੀ ਹੌਲੀ ਮਹੀਨੇ 2 ਮਹੀਨੇ 'ਚ ਜਾ ਕੇ ਸਰੀਰ ਉਦਾਂ ਦਾ ਹੀ ਖੜਾ ਹੋਊਗਾ ਜਿੱਦਾਂ ਦਾ ਪਹਿਲਾਂ ਸੀਗਾ। ਪਰ ਚਲੋ ਕੋਈ ਨਹੀਂ, ਇਹ ਟਾਈਮ ਬੰਦੇ ਤੇ ਆਉਂਦਾ ਰਹਿੰਦਾ। ਜ਼ਿਆਦਾ ਫਿਕਰ ਤਾਂ ਮੈਨੂੰ ਅੰਦੋਲਨ ਦਾ ਤੇ ਕਿਸਾਨਾਂ ਦਾ, ਭਰਾਵਾਂ ਦਾ ਜਿਹੜੇ ਉੱਥੇ ਬੈਠੇ, ਉੱਥੇ ਧਿਆਨ ਮੇਰਾ ਜ਼ਿਆਦਾ ਰਹਿੰਦਾ। ਡਾਕਟਰ ਨੇ ਮੈਨੂੰ ਇਹ ਵੀ ਕਿਹਾ ਸੀ ਕਿ ਤੁਸੀਂ ਬਹੁਤ ਬੋਝ ਪਾਇਆ ਆਪਣੇ ਸਿਰ ਤੇ। ਮੈਂ ਕਿਹਾ ਮੈਂ ਕੀ ਕਰਾਂ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਸਾਹ 24 ਘੰਟੇ ਹੀ ਲੱਗਿਆ ਰਹਿੰਦਾ ਹੈ ਵੀ ਉੱਥੇ ਸਭ ਕਿਵੇਂ ਚੱਲ ਰਿਹਾ, ਕੀ ਹੋ ਰਿਹਾ, ਕਿਉਂਕਿ ਬੀਤੇ ਦਿਨ ਹੀ ਤੁਹਾਨੂੰ ਸਾਰਾ ਕੁਝ ਪਤਾ ਜੋ ਕੁਝ ਹੋਇਆ। ਉਹਦਾ ਬੜਾ ਮਨ ਤੇ ਮੇਰੇ ਅਸਰ ਹੈ, ਬੋਝ ਬੜਾ ਹੈ। ਤੇ ਸ਼ਾਇਦ ਉਸੇ ਕਰਕੇ ਹੀ ਬਾਡੀ ਜਿਹੜੀ ਹੈ ਉਹ ਰਿਕਵਰਿੰਗ ਪੀਰੀਅਡ 'ਚ ਨਹੀਂ ਜਾ ਰਹੀ। ਪਰ ਮੈਂ ਕੋਸ਼ਿਸ਼ ਕਰ ਰਿਹਾ ਔਰ ਸਾਰੇ ਡਾਕਟਰਸ ਵੀ ਕੋਸ਼ਿਸ਼ ਕਰ ਰਹੇ, ਮੇਰਾ ਟ੍ਰੇਨਰ ਵੀ ਕੋਸ਼ਿਸ਼ ਕਰ ਰਿਹਾ ਤੇ ਘਰ ਦੇ ਵੀ ਸਪੋਰਟ ਕਰ ਰਹੇ ਕਾਫੀ ਮੈਂਟਲੀ। ਤੇ ਉਹ ਹੋ ਜਾਏਗਾ ਮੇਰਾ ਖਿਆਲ ਸੁਖਵਿੰਦਰ, ਹੋਰ ਮਹੀਨੇ 1.5 ਮਹੀਨੇ 'ਚ ਮੈਂ ਖੜਾ ਹੋ ਜੂ। ਪਰ ਹੁਣ ਮੇਰਾ ਤਾਂ ਇਹ ਦਿਲ ਕਰਦਾ ਵੀ ਮੈਂ ਜਾ ਕੇ ਕਿਸਾਨਾਂ ਦੇ ਨਾਲ ਜਾਵਾਂ, ਉੱਥੇ ਖੜੇ ਹੋਵਾਂ। ਮੈਂ ਜਸਦੀਪ ਭਾਜੀ ਆਪਣੇ ਜੰਡੇ ਵਾਲੇ ਬਾਬਾ ਜੀ, ਉਹਨਾਂ ਦਾ ਮੇਰੇ ਨਾਲ ਗੱਲ ਹੋਈ ਸੀ ਫੋਨ ਤੇ ਉਹਨਾਂ ਨੇ ਕਿਹਾ ਸੀ, ਮੈਂ ਕਿਹਾ ਜੀ ਮੈਂ ਡਾਕਟਰ ਨੂੰ ਨਾਲ ਲੈ ਕੇ ਆ ਜਾਣਾ। ਤੇ ਉੱਥੇ ਉਹ ਕਹਿੰਦੇ, ਮੈਂ ਕਿਹਾ ਜੀ ਮਾੜਾ ਜਿਹਾ ਮੈਂ ਫਿਰ ਕਿਸਾਨਾਂ ਦੇ ਵਿੱਚ ਹੀ ਰਹੂੰਗਾ, ਉੱਥੇ ਉਹਨਾਂ ਨਾਲ ਗੱਲਬਾਤ ਕਰੂੰਗਾ। ਸੋ ਦਿਲ ਤੇ ਧਿਆਨ ਤੇ ਆਤਮਾ ਸਾਰੀ ਕਿਸਾਨਾਂ ਦੇ ਵਿੱਚ ਫਸੀ ਹੋਈ ਹੈ। ਤੋ ਇਸ ਕਰਕੇ ਸ਼ਾਇਦ ਤਬੀਅਤ ਜਿਹੜੀ ਹੈ ਉਹ ਇੰਨੀ ਰਿਕਵਰਿੰਗ ਬਾਡੀ ਨਹੀਂ ਕਰ ਰਹੀ। ਤਾਂ ਜੇਕਰ ਕਿਸਾਨ ਅੰਦੋਲਨ ਦੀ ਗੱਲ ਕਰੀਏ, ਪਿਛਲੇ ਸਮੇਂ ਦੌਰਾਨ ਜੋ 5-4 ਦਿਨ ਰਹੇ ਹੈ, ਉਹ ਸਥਿਤੀ ਜਿਹੜੀ ਬਣੀ ਹੈ ਉਹਨਾਂ 5-4 ਦਿਨਾਂ ਦੇ ਦੌਰਾਨ ਕਿਸਾਨ ਅੰਦੋਲਨ ਦੀ, ਹਾਲਾਂਕਿ ਹੁਣ ਚੰਗੀ ਸਥਿਤੀ ਦੇ ਵਿੱਚ ਕਿਸਾਨ ਅੰਦੋਲਨ ਚਲਿਆ ਗਿਆ, ਵਿੱਚ ਦੀ ਬੈਕਫੁੱਟ ਤੇ ਵੀ 2 ਦਿਨ ਚਲਿਆ ਗਿਆ ਸੀ। ਉਹ ਪੂਰੀਆਂ ਘਟਨਾਵਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਸੁਖਵਿੰਦਰ, ਇਹ ਤਾਂ ਅੰਦੋਲਨਾਂ ਦੇ ਵਿੱਚ ਹੁੰਦਾ ਹੀ ਰਿਹਾ। ਜੇ ਤੁਸੀਂ ਪਾਸ ਹਿਸਟਰੀ ਪੜ੍ਹੋ ਤਾਂ ਉੱਤੇ ਥੱਲੇ ਕੰਮ ਚੱਲਦਾ ਰਿਹਾ। ਲੇਕਿਨ ਮੈਂ 24 ਤਰੀਕ ਨੂੰ ਅਨੰਦਪੁਰ ਸਾਹਿਬ ਜਿਹੜੀ ਟਰੈਕਟਰ ਰੈਲੀ ਕੱਢੀ ਸੀ, ਤੁਸੀਂ ਵੀ ਮੇਰੇ ਨਾਲ ਸੀ, ਸਾਰੇ ਪ੍ਰੈਸ ਵਾਲੇ ਵੀ ਨਾਲ ਸੀ ਉੱਥੇ, ਬਿਲਕੁਲ। ਔਰ ਕਾਫੀ ਡਿਸਪਲਿਨ ਤਰੀਕੇ ਨਾਲ ਆਪਾਂ ਉਦੋਂ ਹਨੇਰੀ ਬਰਸਾਤ ਸਭ ਕੁਛ ਆਇਆ। ਉਦੋਂ ਆਪਾਂ ਨੂੰ ਬੀਜੇਪੀ ਵਾਲੇ ਸਮਰਥਕ ਵੀ ਉੱਥੇ ਮਿਲੇ, ਸਾਰੇ ਕੁਛ ਮਿਲੇ, ਪਰ ਆਪਣੇ ਚ ਕਦੇ ਵੀ ਉਹ ਕੋਈ ਗੱਲ ਹੋਈ ਨਹੀਂ। ਉੱਥੇ ਉਹ ਖੜੇ ਸੀ, ਅਸੀਂ ਵੀ ਖੜੇ ਸੀ, ਕੋਲ ਚ ਨਿਕਲ ਗਏ ਤਾਂ ਬੜੇ ਇੱਜ਼ਤ ਪਿਆਰ ਨਾਲ ਉਹ ਜਿਹੜੀ ਹੈ ਗੱਲਬਾਤ ਹੁੰਦੀ ਹੋਈ ਤੇ ਰੈਲੀ ਆਪਣੀ ਕੰਪਲੀਟ ਹੋਈ। ਉਹ ਇਸ ਕਰਕੇ ਅਸੀਂ ਕੀਤੀ ਸੀ ਵੀ ਉਹਦੀ ਇੱਕ ਝਲਕੀ ਜਿਹੜੀ 26 ਤਰੀਕ ਨੂੰ ਹੋਣੀ ਆ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਮੈਂ ਵੀ ਮੰਨਦਾ ਕਿ ਆਪਾਂ ਹੁਣ ਜਥੇਬੰਦੀਆਂ ਨੂੰ ਆਪਣਾ ਲੀਡਰ ਮੰਨਿਆ ਤਾਂ ਆਪਾਂ ਉਹਨਾਂ ਦਾ ਕਹਿਣਾ ਮੰਨ ਕੇ ਉਹਨਾਂ ਦੇ ਨਾਲ ਆਪਾਂ ਨੂੰ ਤੁਰਨਾ ਵੀ ਚਾਹੀਦਾ ਸੀ। ਬਿਲਕੁਲ। ਚਲੋ ਇਹ ਵੀ ਗੱਲ ਮੈਂ ਜਵਾਨਾਂ ਦੀ ਵੀ ਮੰਨਦਾ ਵੀ ਪਹਿਲਾਂ ਆਪਾਂ ਨੂੰ ਰਿੰਗ ਰੋਡ ਤੇ ਕਿਹਾ, ਫਿਰ ਉਹਨੇ ਆਪਾਂ ਨੂੰ ਮੈਪ ਦੇਤਾ। ਤਾਂ ਇਹ ਸਰਕਾਰ ਜਿਹੜੇ ਹੈ ਇਹ ਤਾਂ ਮਾੜੀਆਂ ਪੋਲੀਟਿਕਸਾਂ ਖੇਡਦੇ ਹੁੰਦੇ ਆ। ਤੇ ਮੈਂ ਸਮਝਦਾ ਵੀ ਉਸ ਦਿਨ ਤੋਂ ਬਾਅਦ 26 ਤਰੀਕ ਤੋਂ ਬਾਅਦ ਥੋੜਾ ਜਿਹਾ ਅੰਦੋਲਨ ਜਿਹੜਾ ਹੈ ਉਹ ਹਿੱਲਿਆ। ਲੋਕਾਂ ਦੇ ਦਿਮਾਗ 'ਚ ਗੱਲ ਆ ਗਈ ਵੀ ਜੀ ਤਿਰੰਗੇ ਦਾ ਅਪਮਾਨ ਹੋਇਆ। ਤਿਰੰਗੇ ਦਾ ਅਪਮਾਨ ਆਪਾਂ ਕਿਵੇਂ ਕਰ ਸਕਦੇ ਹਾਂ? ਉਹ ਤਾਂ ਆਪਣੀ ਜਿੰਦ ਜਾਨ ਹੈ। ਇਹ ਦੇਸ਼ ਆਪਣੇ ਰਗਾਂ ਰਗਾਂ 'ਚ ਵੱਸਦਾ ਹੈ। ਇਸ ਦੇਸ਼ ਨੂੰ ਸਾਡੇ ਗੁਰੂਆਂ ਪੀਰਾਂ ਨੇ, ਵੱਡ ਵਡੇਰਿਆਂ ਨੇ, ਪੀਰ ਪੈਗੰਬਰਾਂ ਨੇ ਇਹਨੂੰ ਆਜ਼ਾਦ ਕਰਾਇਆ ਹੈ। ਤੇ ਇਹ ਤਿਰੰਗਾ ਤੇ ਦੇਸ਼ ਤਾਂ ਸਾਡੇ ਸਾਰੇ ਦੀ ਜਿੰਦ ਜਾਨ ਹੈ, ਉਹਦਾ ਅਪਮਾਨ ਕਿਵੇਂ ਹੋ ਸਕਦਾ? ਪਰ ਮੈਂ ਉਸ ਗੱਲ ਨੂੰ ਕਹਿੰਦੇ ਹੋਏ ਬੜੀ ਵਾਰੀ ਅਪੀਲ ਹੱਥ ਜੋੜ ਕੇ ਹੁਣ ਵੀ ਕਰਦਾ
ਤੇ ਪਹਿਲਾਂ ਵੀ ਕਰਦਾ ਸੀ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦੀ ਲੋੜ ਆ। ਆਪਾਂ ਇੱਕ ਦੂਜੇ ਨਾਲ ਨਾਰਾਜ਼ ਨਾ ਹੋਈਏ। ਜਦ ਆਪਾਂ ਪੰਜਾਬੀ ਲੋਕ ਸ਼ੁਰੂ ਤੋਂ ਆਪਸ 'ਚ ਫਟਦੇ ਰਹੇ ਆ ਤਾਂ ਲੋਕ ਸਿਆਸੀ ਪਾਰਟੀਆਂ ਆਪਣਾ ਨਜਾਇਜ਼ ਫਾਇਦਾ ਉਠਾਉਂਦੀਆਂ ਰਹੀਆਂ। ਸੋ ਮੇਰਾ ਇਹ ਮੰਨਣਾ ਕਿ ਅੱਜ ਵੀ ਮੇਰੀ ਬੇਨਤੀ ਹੈ ਵੀ ਆਪਾਂ ਇਕੱਠੇ ਹੋ ਕੇ ਚੱਲੋ। ਕੋਈ ਗੱਲ ਨਹੀਂ, ਜੇ ਕੋਈ ਰੁੱਸ ਗਿਆ ਉਹਨੂੰ ਮਨਾ ਲਓ, ਕੋਈ ਡਿੱਗਿਆ ਉਹਨੂੰ ਚੱਕ ਲਓ, ਜਿਹੜਾ ਤੁਰ ਨਹੀਂ ਸਕਦਾ ਉਹਨੂੰ ਮੋਢਿਆਂ ਤੇ ਚੱਕ ਲਓ। ਮੈਨੂੰ ਯਾਦ ਆ ਤੁਸੀਂ ਦੀਪ ਤੇ ਲੱਖੇ ਨੂੰ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਆਪਾਂ ਬਜ਼ੁਰਗ ਲੀਡਰ ਜਿਹੜੇ ਸਾਡੇ ਅੱਗੇ ਲੱਗੇ ਹੋਏ ਆ ਉਹਨਾਂ ਦੇ ਨਾਲ ਮਿਲ ਕੇ ਚੱਲੀਏ। ਹਾਂਜੀ ਹਾਂਜੀ, ਮੈਂ ਬਹੁਤ ਵਾਰ ਇਹ ਗੱਲ ਕਹਿ ਚੁੱਕਿਆ ਸਾਰਿਆਂ ਨੂੰ, ਇਕੱਲੇ ਦੀਪ ਸਿੱਧੂ ਤੇ ਸਿਧਾਣੇ ਦੀ ਗੱਲ ਨਹੀਂ, ਸਾਰੇ ਮੇਰੇ ਜਿੰਨੇ ਵੀ ਆਰਟਿਸਟ ਭਰਾ, ਸੱਜਣ ਮੀਤ ਭੈਣ ਭਰਾਵਾਂ, ਜਿੰਨੇ ਵੀ ਹੋਰ ਲੋਕ ਨੇ, ਉਹਨਾਂ ਨੂੰ ਇਹੀ ਕਿਹਾ ਵੀ ਕੁਛ ਵੀ ਹੋ ਜੇ ਆਪਾਂ ਨੂੰ ਨਾਲ ਚੱਲਣਾ ਚਾਹੀਦਾ। ਇੱਕ ਗੱਲ ਮੈਂ ਸੁਖਵਿੰਦਰ ਹੋਰ ਕਹਿਣਾ ਚਾਹੁੰਦਾ, ਮੇਰੇ ਮਨ 'ਚ ਹੈ ਗੱਲ ਇਹ, ਜੇ ਮੇਰਾ ਦਿਲ ਕਰਦਾ ਕਹਿਣ ਨੂੰ। ਪਹਿਲਾਂ ਵੀ ਮੈਂ ਕਿਹਾ ਸੀ ਵੀ ਆਪਾਂ ਪੰਜਾਬ ਛੋਟਾ ਜਿਹਾ ਹੈ ਤੇ ਜਥੇਬੰਦੀਆਂ ਆਪਣੇ ਕੋਲ 31 ਨੇ ਕਿਸਾਨਾਂ ਦੀਆਂ। ਆਪਾਂ ਇੱਕ ਲੀਡਰ ਲੈ ਕੇ, ਇੱਕ ਜਥੇਬੰਦੀ ਸਾਰੀ ਇਕੱਠੀ ਕਰਕੇ, ਇਨਫੈਕਟ ਸਾਰੇ ਦੇਸ਼ ਦੀ ਜਥੇਬੰਦੀਆਂ ਇਕੱਠੀਆਂ ਕਰਕੇ ਆਪਾਂ ਨੂੰ ਇੱਕ ਲੀਡਰ ਚੁਣਨਾ ਚਾਹੀਦਾ ਹੈ ਔਰ ਇੱਕ ਜਥੇਬੰਦੀ ਹੋਣੀ ਚਾਹੀਦੀ ਹੈ ਤੇ ਉਹਦੇ ਮਗਰ ਸਾਰੇ ਤੁਰਨ। ਸੋ ਕਮ ਸੇ ਕਮ ਇਸ ਅੰਦੋਲਨ ਲਈ ਤਾਂ ਇੱਕ ਹੋਣੀ ਚਾਹੀਦੀ ਹੈ। ਹਾਂਜੀ, ਅੰਦੋਲਨ ਜਿਹੜਾ, ਹਾਂ, ਇੱਕ ਪਾਰਟੀ, ਇੱਕ ਤੁਹਾਡਾ ਆਗੂ ਹੋਵੇ ਔਰ ਤੁਹਾਡੇ ਨਾਲ ਮੈਂਬਰ ਸਹਿਬਾਨ ਹੋਣ, ਸਾਰੇ ਹੀ ਵਰਗ ਦੇ, ਸਾਰੇ ਹੀ ਧਰਮਾਂ ਦੇ, ਸਾਰੇ ਹੀ ਜਗ੍ਹਾ ਤੋਂ। ਹਿੰਦੁਸਤਾਨ ਦੀ ਮੈਂ ਗੱਲ ਕਰਦਾ, ਇਕੱਲੇ ਪੰਜਾਬ ਦੀ ਨਹੀਂ ਗੱਲ ਕਰਦਾ। ਸੋ ਜਿਹੜਾ ਉਸ 26 ਤਰੀਕ ਨੂੰ ਹੋਇਆ, ਮੇਰੇ ਹਿਸਾਬ ਨਾਲ ਕੁਝ ਘਟਨਾਵਾਂ ਐਸੀਆਂ ਜਿਹੜੀਆਂ ਨਹੀਂ ਸੀ ਹੋਣੀਆਂ ਚਾਹੀਦੀਆਂ, ਕਿਉਂਕਿ ਆਪਾਂ ਨੂੰ ਪਤਾ ਸੀ ਵੀ ਸਰਕਾਰ ਆਪਾਂ ਨੂੰ ਆਪਣੀ ਚਾਲ 'ਚ ਕਿਤੇ ਨਾ ਕਿਤੇ ਫਸਾਊਗੀ ਔਰ ਇਹਦੇ ਵਿੱਚ ਸਰਕਾਰ ਦਾ ਹੀ ਸਾਰਾ ਹੱਥ ਹੈ, ਇਹ ਸਭ ਨੂੰ ਪਤਾ ਹੈ ਔਰ ਇਸ ਗੱਲ ਨੂੰ ਕੁਝ ਢਲਾਉਣ ਦੀ ਲੋੜ ਵੀ ਨਹੀਂ। ਪਰ ਮੈਂ ਫੇਰ ਵੀ ਕਹੂੰਗਾ, ਸਾਰਿਆਂ ਨੂੰ ਅਪੀਲ ਕਰੂੰਗਾ ਕਿ ਹੱਥ ਜੋੜ ਕੇ ਮੈਂ ਫੇਰ ਕਹਿਣਾ ਤੇ ਤੁਹਾਨੂੰ ਕਸਮ ਹੈ ਧਰਤੀ ਮਾਂ ਦੀ, ਤੁਸੀਂ ਸਾਰੇ ਇਕੱਠੇ ਹੋ ਕੇ ਚੱਲੋ। ਜਿਹੜੇ ਜਥੇਬੰਦੀਆਂ ਨੇ, ਹੁਣ ਡਕੈਤ ਸਾਹਿਬ ਨੇ ਬਹੁਤ ਕਮਾਲ ਦੀ ਗੱਲ ਕੀਤੀ, ਉਹ ਵੀ ਕਿੱਡੇ ਸਾਡੇ ਵੱਡੇ ਭਰਾ ਨੇ, ਸਾਡੇ ਸੱਜਣ ਨੇ, ਹੈ ਜੀ, ਸਾਡੇ ਵੱਡੇ ਵੱਡ ਵਡੇਰੇ ਨੇ, ਤੇ ਉਹਨਾਂ ਸਾਰਿਆਂ ਦੀ ਗੱਲਾਂ ਲੈ ਕੇ ਆਪਾਂ ਨੂੰ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਸੋ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਸਾਰਿਆਂ ਨੂੰ, ਦੁਬਾਰਾ ਇਹ ਗੱਲ ਕਹਿਣਾ ਚਾਹੁੰਦਾ, ਇਕੱਠੇ ਹੋ ਕੇ ਚੱਲੋ। ਹੁਣ ਵੀ ਮਹਾਰਾਜ ਨੇ ਸਭ ਕੁਝ ਠੀਕ ਕਰਤਾ, ਮਹਾਰਾਜ ਅੰਦੋਲਨ ਆਪਣਾ ਡੋਲਿਆ ਸੀ, ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਹੋ ਗਿਆ। ਸਭ ਨੂੰ ਨਾਲ ਲੈ ਕੇ ਚੱਲੋ ਔਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕੌਣ ਬੰਦਾ ਕਿਸ ਤਰ੍ਹਾਂ ਦਾ ਆਦਮੀ ਹੈ, ਉਹਨੂੰ ਜੱਜਮੈਂਟ ਕਰਨ ਵਾਸਤੇ ਆਪਣੀ ਕਮੇਟੀ ਬਣਾਓ। ਉਹਦੀ ਇੱਕੋ ਹੀ ਗੱਲ ਰੱਖੋ, ਜਿਹੜੇ ਵਲੰਟੀਅਰਸ ਨੇ, ਕਿ ਭਾਈ ਤੁਸੀਂ ਸਾਰੇ ਅੰਦੋਲਨਾਂ ਵਿੱਚ, ਸਾਰੇ ਬਾਰਡਰਾਂ ਦੇ ਵਿੱਚ ਘੁੰਮ ਕੇ 10, 20, 15 ਹਜ਼ਾਰ ਆਪਣੇ ਮੁੰਡਿਆਂ ਨੂੰ ਕਹੋ, ਸਾਰੀ ਜਗ੍ਹਾ ਜਾਣ ਔਰ ਦੇਖਣ ਵੀ ਕਿਹੜਾ ਬੰਦਾ ਕਿਵੇਂ ਸਾਨੂੰ ਖਰਾਬ ਕਰ ਰਿਹਾ, ਉਸ ਬੰਦੇ ਦੀ ਜੱਜਮੈਂਟ ਕਰਨ। ਆਪਸੀ ਲੜਾਈ ਨੂੰ ਬਾਬਾ ਜੀ ਕਿਵੇਂ ਦੇਖੀਏ? ਜਿਸ ਤਰੀਕੇ ਦੇ ਨਾਲ ਹੁਣ ਥੋੜੇ ਦਿਨਾਂ ਦੇ ਵਿੱਚੋਂ ਇਹ ਘਟਨਾਵਾਂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਕੁਝ ਲੋਕ ਜਿਹੜੇ ਹੈਗੇ ਆ ਦੀਪ ਸਿੱਧੂ ਤੇ ਲੱਖੇ ਨੂੰ ਗਦਾਰ ਠਹਿਰਾਉਣ ਤੇ ਤੁਲੇ ਹੋਏ ਨੇ। ਚਲੋ ਉਹ ਵੀ ਗੱਲ ਛੱਡ ਦਈਏ, ਜੋ ਹੈ ਚਾਹੇ ਨਹੀਂ ਹੈ, ਉਹ ਇੱਕ ਪਾਸੇ ਹੈ। ਤਾਂ ਉਧਰਲੇ ਪਾਸੇ ਦੀਪ ਸਿੱਧੂ ਪੱਖੀ ਲੋਕ ਜਿਹੜੇ ਹੈਗੇ ਜਾਂ ਲੱਖੇ ਸਿਧਾਣੇ ਲੋਕ ਪੱਖੀ ਹੈਗੇ ਆ, ਉਹ ਲੋਕ ਜਿਹੜੇ ਖਾਮੀਆਂ ਲੱਭਣ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਕਿਸਾਨ ਲੀਡਰਾਂ ਦੀਆਂ। ਉਹ ਇਹ ਗੱਲਾਂ ਕਹੀ ਜਾਂਦੇ ਆਪ ਕਿੱਥੇ ਰਹਿੰਦੇ ਆ, ਹੋਟਲਾਂ 'ਚ ਰਹਿੰਦੇ ਆ, ਰਾਤ ਨੂੰ ਕੀ ਕੁਝ ਕਰਦੇ ਆ, ਇਹ ਗੱਲਾਂ ਤੇ ਸਵਾਲ ਚੁੱਕਣੇ ਇਹਨਾਂ ਦੇ ਵੱਲੋਂ ਸ਼ੁਰੂ ਹੋ ਚੁੱਕੇ ਆ। ਕੀ ਲੱਗਦਾ ਨਹੀਂ ਕਿ ਇਹ ਜਿਹੜਾ ਕਿਸਾਨ ਅੰਦੋਲਨ ਦੀ ਲੜਾਈ ਨੂੰ ਇਹ ਲੋਕ ਕਿਸੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰੀ ਜਾ ਰਿਹਾ, ਢਾਹ ਲਾਉਣ ਦੀ ਕੋਸ਼ਿਸ਼ ਇੱਕ ਇਹ ਵੀ ਹੈਗੀ ਸੋਸ਼ਲ ਮੀਡੀਆ ਦੇ ਉੱਪਰ, ਦੀਪ ਸਿੱਧੂ ਦੇ ਲੋਕ ਕਿਸਾਨ ਲੀਡਰਾਂ ਦੇ ਉੱਪਰ, ਤੇ ਆਪਣੇ ਕਿਸਾਨ ਲੀਡਰਾਂ ਜਿਹੜੇ ਲੋਕ ਦੀਪ ਸਿੱਧੂ ਹੁਣਾਂ ਦੇ ਉੱਤੇ ਜਿਹੜੀ ਲੜਾਈ ਚੱਲ ਰਹੀ ਹੈ, ਇਹ ਕਿਸੇ ਹੋਰ ਪਾਸੇ, ਹੋਰ ਹੀ ਦਿਸ਼ਾ ਨੂੰ ਇਹ ਅੰਦੋਲਨ ਲੈ ਕੇ ਜਾ ਰਹੀ ਹੈ। ਸੁਖਵਿੰਦਰ, ਇਸ ਗੱਲ ਨੂੰ ਤਾਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਘਟੀਆਪਨ ਤੇ ਸਰਕਾਰ ਹਮੇਸ਼ਾ ਹੀ ਉਤਰੀ ਰਹੀ ਹੈ। ਜਦ ਦੇ ਆਪਾਂ ਆਜ਼ਾਦ ਹੋਏ ਆ, 75 ਸਾਲ ਹੋ ਗਏ, 72, 73 ਸਾਲ ਜਿੰਨੇ ਵੀ ਹੋ ਗਏ, ਔਰ ਇਹ ਸਾਰਿਆਂ ਨੂੰ ਆਪਾਂ ਪੜ੍ਹੇ ਲਿਖੇ ਆ, ਸਿਵਲਾਈਜ਼ਡ ਦੁਨੀਆ ਦੇ ਵਿੱਚ ਰਹਿ ਰਹੇ ਆ, ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਰਕਾਰ ਕੁਝ ਵੀ ਹੱਥ ਕੰਡੇ ਵਰਤ ਸਕਦੀ ਹੈ ਕਿ ਅੰਦੋਲਨ ਨੂੰ ਖਰਾਬ ਕਰਨ ਵਾਸਤੇ, ਜਾਂ ਕੋਈ ਵੀ ਘਟੀਆ ਤੋਂ ਘਟੀਆ ਗੱਲ ਵੀ ਕਰ ਸਕਦੀ ਹੈ। ਲੇਕਿਨ ਆਪਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ, ਔਰ ਇਹ ਗੱਲ ਸਾਹਮਣੇ ਵੀ ਆ ਗਈ ਸਾਰਿਆਂ ਦੇ। ਜਿੱਥੇ ਤੱਕ ਦੀਪ ਸਿੱਧੂ ਦਾ ਤੇ ਲੱਖੇ ਸਿਧਾਣੇ ਦਾ ਸਵਾਲ ਹੈ, ਦੇਖੋ, ਮੈਂ ਇਸ ਗੱਲ ਤੇ ਟਿੱਪਣੀ ਇਸ ਕਰਕੇ ਨਹੀਂ ਕਰ ਸਕਦਾ ਕਿਉਂਕਿ ਜਦ ਤੱਕ ਮੇਰੇ ਕੋਲ ਕੋਈ ਪ੍ਰੂਫ ਨਾ ਹੋਵੇ, ਮੈਂ ਪੂਰਾ ਜਾਣਦਾ ਨਾ ਹੋਵਾਂ ਬੰਦੇ ਨੂੰ, ਮੈਂ ਉਹਦੇ ਬਾਰੇ ਟਿੱਪਣੀ ਬੜੀ ਘੱਟ ਕਰਦਾ। ਪਰ ਮੈਂ ਫਿਰ ਵੀ ਕਹੂੰਗਾ ਵੀ ਇਸ ਚੀਜ਼ ਨੂੰ ਛੱਡ ਕੇ ਆਪਾਂ ਅੰਦੋਲਨ ਜਿੱਥੇ ਖੜਾ ਆ, ਆਪਾਂ ਇਸ ਵਕਤ ਕਿਸਾਨਾਂ ਦੀ ਗੱਲ ਕਰੀਏ, ਬਿੱਲਾਂ ਦੀ ਗੱਲ ਕਰੀਏ। ਇਸ ਤੋਂ ਆਮ ਲੋਕਾਂ ਨੂੰ ਇਹ ਚੀਜ਼ ਚਾਹੀਦੀ ਹੈ, ਜਿਹੜੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਲੈ ਕੇ ਲੜਾਈ ਕਰ ਰਹੇ ਨੇ, ਉਹਨਾਂ ਨੂੰ ਇਹ ਚੀਜ਼ ਚਾਹੀਦੀ ਹੈ, ਉਹਨਾਂ ਦਾ ਫੋਕਸ ਅੰਦੋਲਨ ਦੇ ਉੱਪਰ ਹੋਣਾ ਚਾਹੀਦਾ। ਬਿਲਕੁਲ, ਉਹਨਾਂ ਨੂੰ ਇਹ ਗੱਲ ਛੱਡ ਕੇ, ਜਿਵੇਂ ਆਪਾਂ ਪਹਿਲਾਂ ਸੀ, ਆਪਾਂ ਨੂੰ ਆਪਣੇ ਸਿਰਫ ਅੰਦੋਲਨ ਦੇ ਉੱਤੇ ਤੇ ਆਪਾਂ ਨੂੰ ਬਿੱਲਾਂ ਦੇ ਉੱਤੇ, ਜਿਹੜੇ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ ਕਿਸਾਨਾਂ ਭਰਾਵਾਂ ਦੇ ਉੱਤੇ, ਇਹੀ ਫੋਕਸ ਹੋਣਾ ਚਾਹੀਦਾ ਹੈ। ਇਹ ਗੱਲਾਂ ਇੱਧਰ ਉੱਧਰ ਦੀਆਂ ਤਾਂ ਗੌਰਮੈਂਟ ਚਾਹੁੰਦੀ ਹੈ ਵੀ ਤੁਸੀਂ ਕਰੋ, ਤੁਸੀਂ ਆਪ ਚ ਲੜੋ ਤੇ ਅਸੀਂ ਤੁਹਾਡੇ ਤੇ ਡਾਂਗ
ਬਣਾਈਏ ਤੇ ਤੁਹਾਨੂੰ ਡਰਾ ਧਮਕਾ ਕੇ ਭੇਜ ਦਈਏ। ਸੋ ਮੈਂ ਸਮਝਦਾ ਵੀ ਆਪਾਂ ਨੂੰ ਇਹ ਗੱਲਾਂ ਛੱਡ ਕੇ ਇਕੱਠੇ ਹੋ ਕੇ ਇਹ ਸਿਰਫ ਅੰਦੋਲਨ ਤੇ ਫੋਕਸ ਕਰਕੇ ਆਪਾਂ ਨੂੰ ਤੁਰਨਾ ਚਾਹੀਦਾ। ਇਹ ਮੇਰਾ ਮੰਨਣਾ। ਨਹੀਂ, ਬਿਲਕੁਲ ਇਹੀ ਚੀਜ਼ ਚਾਹੀਦੀ ਹੈ ਜੇਕਰ ਅੰਦੋਲਨ ਨੂੰ ਅਸੀਂ ਫਤਿਹ ਕਰਨਾ ਹੈ ਅੱਗੇ ਵਾਸਤੇ ਇਕੱਠੇ, ਕਿਉਂਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਉਦੋਂ ਇਹ ਚੀਜ਼ ਮੰਨੀ ਜਾਂਦੀ ਸੀ ਵੀ ਅੰਦੋਲਨ ਦੇ ਕਾਰਨ ਆਪਸੀ ਭਾਈਚਾਰਕ ਸਾਂਝ ਪੈਦਾ ਹੋਈ ਹੈ, ਚਾਹੇ ਉਹ ਹਰਿਆਣੇ ਦੇ ਕਰਕੇ ਹੋਵੇ, ਹਰਿਆਣੇ ਦੇ ਨਾਲ ਆਪਸੀ ਭਾਈਚਾਰਕ ਸਾਂਝ ਪੈਦਾ ਹੋਈ ਹੋਵੇ, ਤੇ ਜਾਂ ਫਿਰ ਪਿੰਡਾਂ ਦੇ ਵਿੱਚ ਜਿਹੜੇ ਆਪਸੀ ਮਤਭੇਦ ਰਹਿੰਦੇ ਸੀ ਪਿੰਡਾਂ ਦੇ ਲੋਕਾਂ ਦੇ, ਉਹ ਵੀ ਖਤਮ ਹੋ ਗਏ ਸੀ ਇਸ ਅੰਦੋਲਨ ਦੇ ਕਰਕੇ। ਪਰ ਹੁਣ ਇਸ ਅੰਦੋਲਨ ਦੇ ਵਿੱਚ ਪਹੁੰਚ ਕੇ ਇਹ ਲੋਕ ਜਿਹੜੇ ਹੈਗੇ ਆਪਸ ਦੇ ਵਿੱਚ ਹੀ ਖਟਾਸ ਪੈਦਾ ਹੋ ਗਈ। ਕੀ ਤੁਸੀਂ ਕਹਿਣ ਲੱਗੇ ਸੀ ਕੁਛ? ਮੈਂ ਇੱਕ ਗੱਲ ਸੁਖਵਿੰਦਰ ਹੋਰ ਕਹਿਣਾ ਚਾਹੁੰਦਾ, ਹਿਸਟਰੀ ਹੈ, ਤੁਸੀਂ ਪਿੱਛੇ ਜਾ ਕੇ ਦੇਖ ਲਓ, ਜਿਹੜੇ ਦੇਸ਼ਾਂ ਨੇ ਪਬਲਿਕ ਨੂੰ ਜੋੜ ਕੇ ਰਾਜ ਕੀਤਾ ਉਹਨਾਂ ਨੇ ਹਮੇਸ਼ਾ ਤਰੱਕੀ ਕੀਤੀ ਹੈ। ਬਿਲਕੁਲ। ਜਿਹੜੇ ਸਿਆਸਤਦਾਨ ਲੋਕਾਂ ਨੇ ਧਰਮ ਦੇ ਨਾਂ ਤੇ, ਹੋਰ ਦੂਜੇ ਸਿਆਸਤੀ ਪਾਰਟੀਆਂ ਦੇ ਨਾਮ ਤੇ ਜਾਂ ਕਿਸੇ ਹੋਰ ਚੀਜ਼ਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਰਾਜ ਕੀਤਾ, ਲੜਾਇਆ ਆਪਸ ਦੇ ਵਿੱਚ, ਗੰਦੀ ਪੋਲਿਟਿਕਸ, ਨੈਗੇਟਿਵ ਪੋਲਿਟਿਕਸ ਖੇਲੀ ਹੈ, ਉਹ ਦੇਸ਼ ਹਮੇਸ਼ਾ ਹੀ ਬਰਬਾਦ ਹੋਏ ਨੇ। ਮੈਂ ਇਹ ਗੱਲ ਦੀ ਬੜੀ ਬੇਨਤੀ ਕਰਨਾ ਚਾਹੁੰਦਾ ਸਾਰੇ ਦੇਸ਼ ਵਾਸੀਆਂ ਨੂੰ, ਜਿਹੜੇ ਲੋਕ ਬਾਹਰ ਵੀ ਰਹਿ ਰਹੇ ਹੈ, ਕਿ ਤੁਸੀਂ ਇਸ ਗੱਲ ਨੂੰ ਹਮੇਸ਼ਾ ਮੰਨਿਆ ਕਰੋ ਕਿ ਸਾਡੀ ਜਿਹੜੀ ਪੋਲਿਟਿਕਸ ਹੈ ਇੰਡੀਆ ਦੀ, ਉਹ ਪਿਛਲੇ 72-73 ਸਾਲ ਤੋਂ ਬੜੀ ਨੈਗੇਟਿਵ ਪੋਲਿਟਿਕਸ ਚੱਲ ਰਹੀ ਹੈ, ਕੁਝ ਵੀ ਕਰ ਸਕਦੇ। ਸੋ ਜੋ ਕੁਝ ਵੀ ਹੋਇਆ ਹੈ ਇਹ ਸਾਰਾ ਸਰਕਾਰ ਦਾ ਕੀਤਾ ਕਰਾਇਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਮੈਂ ਚਾਹੂੰਗਾ ਕਿ ਸਾਰੇ ਦੇਸ਼ ਵਾਸੀ, ਸਾਰੇ ਧਰਮਾਂ ਦੇ ਲੋਕ, ਸਾਰੇ ਵਰਗ ਦੇ ਲੋਕ ਇੱਕ ਪਲੇਟਫਾਰਮ ਤੇ ਆਪਣੇ ਦੇਸ਼ ਵਾਸਤੇ ਕੰਮ ਕਰਨ, ਆਪਣੇ ਮੁਲਕ ਵਾਸਤੇ ਕੰਮ ਕਰਨ, ਦੇਸ਼ ਵਾਸੀਆਂ ਵਾਸਤੇ ਕੰਮ ਕਰਨ, ਔਰ ਇੱਕ ਚੀਜ਼ ਆਪਾਂ ਬਣਾ ਕੇ ਚੱਲੀਏ, ਇੱਕ ਮੁੱਦਾ ਬਣਾ ਕੇ ਚੱਲੀਏ ਜਿਹੜਾ ਕਿ ਕਿਸਾਨ ਦਾ ਮੁੱਦਾ ਹੈ ਜੀ। ਔਰ ਕਿਸਾਨ ਦਾ ਮੁੱਦਾ ਐਡਾ ਵੱਡਾ ਹੈ, ਜੇ ਇਹ ਸੋਲਵ ਹੋ ਗਿਆ, ਸਾਰਾ ਕੁਝ ਠੀਕ ਹੋ ਗਿਆ, ਤਾਂ ਆਪਣਾ ਦੇਸ਼ ਬਹੁਤ ਤਰੱਕੀ ਕਰੂਗਾ। ਲੜਾਂਗੇ ਆਪਸ ਚ ਤਾਂ ਕੰਮ ਖਰਾਬ ਹੋਊਗਾ, ਦੂਜੇ ਲੋਕ ਨਾਜਾਇਜ਼ ਫਾਇਦਾ ਉਠਾਉਣਗੇ। ਕੋਸ਼ਿਸ਼ ਕਰਨੀ ਚਾਹੀਦੀ ਹੈ ਪਾਰਟੀਆਂ ਨੂੰ ਜਿਹੜੇ ਰਾਜ ਕਰ ਰਹੇ ਆ ਕਿ ਆਪਾਂ ਸਾਰਿਆਂ ਨੂੰ ਇਕੱਠੇ ਕਰਕੇ ਆਪਣੇ ਦੇਸ਼ ਦੀ ਤਰੱਕੀ ਕਰਨੀ, ਇਹ ਸੋਚ ਹੋਣੀ ਚਾਹੀਦੀ। ਬਿਲਕੁਲ। ਤਾਂ ਹੁਣ ਗੱਲਬਾਤ ਕਰੀਏ, ਜਿਹੜੇ ਪੰਜਾਬ ਸਰਕਾਰ ਨੇ ਇੱਕ ਅਹਿਮ ਐਲਾਨ ਕੀਤਾ ਹੈ ਰਾਤੀ, ਕਹਿੰਦੇ ਕਿ ਜਿਹੜੇ ਲੋਕ ਉੱਥੇ ਨੌਜਵਾਨ ਜਿਹੜੇ ਹੈਗੇ ਉਹ ਲੱਭ ਨਹੀਂ ਰਹੇ ਉੱਥੇ, ਤਾਂ ਉਹ ਕਿਹੜੀਆਂ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਨੂੰ ਲੱਭ ਕੇ ਉਹਨਾਂ ਦੀ ਜ਼ਮਾਨਤਾਂ ਜਿਹੜੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਕਰੂਗੀ, ਉਹਨਾਂ ਦੇ ਕੇਸ ਜਿਹੜੀ ਪੰਜਾਬ ਸਰਕਾਰ ਆਪਣੇ ਖਰਚੇ ਤੇ ਲੜੂ। ਤਾਂ ਸਭ ਤੋਂ ਵੱਡੀ ਗੱਲ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਵੀ ਕਹਿ ਦਿੱਤੀ ਗਈ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਕਿਸਾਨਾਂ ਦੀ ਸੁਰੱਖਿਆ ਦੇ ਲਈ, ਕਿਉਂਕਿ ਪਿਛਲੇ ਦਿਨੀ ਆਪਾਂ ਦੇਖਦੇ ਰਹੇ ਹਾਂ ਕਿ 150 ਲੋਕ ਇਕੱਠੇ ਆ ਕੇ ਉੱਥੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਸੀ, ਬਾਅਦ ਦੇ ਵਿੱਚ ਫੋਰਸ ਨੂੰ ਤੇ ਉਹਨਾਂ ਨੂੰ ਹਟਾਉਣਾ ਵੀ ਪਿਆ, ਤਾਂ ਕਿਸਾਨਾਂ ਦੇ ਵੀ ਉਹਦੇ ਵਿੱਚ ਸੱਟਾਂ ਲੱਗੀਆਂ, ਤੇ ਆਮ ਲੋਕ ਜਿਹੜੇ ਉੱਥੋਂ ਦੇ ਬੀਜੇਪੀ ਦੇ ਭੇਜੇ ਹੋਏ ਲੋਕ ਸੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਨੇ। ਉਹ ਚੀਜ਼ ਤੋਂ ਕਿਸਾਨਾਂ ਨੂੰ ਬਚਾਉਣ ਦੇ ਲਈ, ਇਹ ਲੜਾਈ ਝਗੜੇ ਤੋਂ ਬਚਾਉਣ ਦੇ ਲਈ ਅਸੀਂ ਕਹਿੰਦੇ ਕੇਂਦਰ ਸਰਕਾਰ ਨੂੰ ਕਹਿਣ ਜਾ ਰਹੇ ਹਾਂ ਕਿ ਤੁਸੀਂ ਆਪਣੀ ਫੋਰਸ ਉੱਥੇ ਤਾਇਨਾਤ ਕਰ ਦਿਓ ਤੇ ਅਸੀਂ ਉਹਦੇ ਪੈਸੇ ਜਿਹੜੇ ਆ ਉਹ ਦੇ ਦੇਵਾਂਗੇ। ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਦੀ ਇਸ ਪਹਿਲ ਨੂੰ? ਦੇਖੋ, ਜੇ ਕੋਈ ਵੀ ਸਿਆਸਤਦਾਨ, ਕੋਈ ਵੀ ਬੰਦਾ ਚੰਗੀ ਗੱਲ ਕਰਦਾ ਤਾਂ ਉਸ ਗੱਲ ਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ, ਔਰ ਜੇ ਕੋਈ ਗੱਲ ਗਲਤ ਹੈ ਤਾਂ ਉਹਨੂੰ ਕਹਿਣਾ ਵੀ ਚਾਹੀਦਾ ਵੀ ਚੀਜ਼ ਗਲਤ ਹੈ। ਹੁਣ CM ਸਾਹਿਬ ਨੇ ਗੱਲ ਕਹੀ ਹੈ ਕਿ ਜੀ ਉਹ ਮੁੰਡਿਆਂ ਦੇ ਜਿਹੜੇ ਆਪਾਂ ਨੂੰ ਪਤਾ ਕਰੋ ਕਿਹੜੇ ਜੇਲ੍ਹਾਂ 'ਚ ਨੇ, ਕਿੱਥੇ ਨੇ ਉਹਨਾਂ ਦੇ ਕੇਸ, ਆਪਾਂ ਲੜਾਂਗੇ, ਕਰਾਂਗੇ। ਬਹੁਤ ਚੰਗੀ ਗੱਲ ਹੈ, ਕਰਨਾ ਚਾਹੀਦਾ, ਆਪਣਾ ਜ਼ਾਤੀ ਫਰਜ਼ ਬਣਦਾ ਹੈ। ਔਰ ਜਿੱਥੇ ਤੱਕ ਤੁਸੀਂ ਫੋਰਸ ਲਾਉਣ ਦੀ ਤਾਇਨਾਤ ਕੀਤੀ ਹੈ, ਇਹ ਤਾਂ ਮੈਨੂੰ ਕੋਈ ਗੱਲ ਇੰਨੀ ਜਚੀ ਨਹੀਂ, ਕਿਉਂਕਿ ਜਦ ਪੱਥਰ ਮਾਰ ਰਹੇ ਸੀ, ਤੁਸੀਂ ਦੇਖੋ ਵੀਡੀਓ ਦਾ ਜੋ ਮੈਂ ਸੁਣਿਆ, ਉਦੋਂ ਪੁਲਿਸ ਵੀ ਨਾਲ ਸੀ ਦਿੱਲੀ ਦੀ, ਉਦੋਂ ਕਾਂਸਟੇਬਲ ਨਾਲ ਸੀ। ਮੈਂ ਤਾਂ ਇਹ ਵੀ ਮੰਨਦਾ ਕਿ ਜਿਹੜੇ ਪੁਲਿਸ ਵਾਲੇ ਸੀ ਉਹ ਇਹਨਾਂ ਦੇ ਆਪਣੇ ਗੁੰਡੇ ਸੀ ਜਿਨ੍ਹਾਂ ਨੂੰ ਵਰਦੀਆਂ ਪਵਾਈਆਂ ਹੋਈਆਂ ਸੀ। ਮੈਂ ਇਸ ਗੱਲ ਨੂੰ ਵੀ ਮੰਨਦਾ। ਤੁਸੀਂ ਫੋਰਸ, ਦਿੱਲੀ ਵਾਲੀ ਫੋਰਸ ਲਾ ਕੇ ਤੁਸੀਂ ਉਹਨਾਂ ਦੇ ਪੈਸੇ ਦਿਓ, ਇਹ ਕਿਹੜੀ ਗੱਲ ਦੀ ਗੱਲ ਹੈ? ਤੁਸੀਂ ਆਪਦੀ ਪੰਜਾਬ ਪੁਲਿਸ ਭੇਜ ਦਿਓ। ਜੇ ਆਪਣੇ ਕੋਲ ਪੰਜਾਬ ਪੁਲਿਸ ਸਭ ਤੋਂ ਬੈਸਟ ਪੁਲਿਸ ਹੈ ਹਿੰਦੁਸਤਾਨ ਦੇ ਵਿੱਚ, ਆਪਾਂ ਸਾਰੇ ਮੰਨਦੇ ਹਾਂ, ਇੱਥੋਂ ਪੰਜਾਬ ਪੁਲਿਸ ਭੇਜ ਦਿਓ, ਆਪਣੀ ਪੰਜਾਬ ਪੁਲਿਸ ਉੱਥੇ ਲਾ ਦਿਓ ਬਾਰਡਰ ਤੇ। ਉੱਥੇ ਹਰਿਆਣੇ ਵਾਲਿਆਂ ਨਾਲ ਗੱਲ ਕਰਕੇ ਹਰਿਆਣੇ ਦੀ ਫੋਰਸ ਨਾਲ ਜਾ ਸਕਦੀ ਹੈ, ਪੰਜਾਬ ਪੁਲਿਸ ਭੇਜ ਕੇ ਤੁਸੀਂ ਉੱਥੇ ਕਰ ਦਿਓ। ਕੀ ਜ਼ਰੂਰਤ ਹੈ ਕਿਸੇ ਦੀ ਕੋਈ ਪੱਥਰ ਮਾਰ ਜੇ? ਇੱਕ ਗੱਲ ਸੁਖਵਿੰਦਰ ਮੈਂ ਜ਼ਰੂਰ ਕਹਿਣੀ ਹੈ, ਪਤਾ ਨਹੀਂ ਇਹ ਗੱਲ ਮੇਰੇ ਜਜ਼ਬਾਤ ਨੇ, ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਪੱਥਰ ਮਾਰੇ, ਪੱਗਾਂ ਲਾਈਆਂ, ਮੁੰਡੇ ਸਾਡੇ ਕੁੱਟੇ, ਲਹੂ ਲੁਹਾਨ ਕਰਤੇ, ਬਹੁਤ ਕੁਝ ਹੋਇਆ, ਅਸੀਂ ਕੁਝ ਨਹੀਂ ਬੋਲੇ। ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਸਾਰਿਆਂ ਨੇ ਕਿਹਾ ਜੀ ਅੰਦੋਲਨ ਭਾਵੇਂ ਸਾਨੂੰ ਮਾਰ ਦੇਣ, ਵੱਢ ਦੇਣ, ਅਸੀਂ ਕੁਝ ਨਹੀਂ ਕਹਿਣਾ, ਸ਼ਾਂਤੀ ਰੱਖਣੀ ਹੈ। ਕਿ ਕਦ ਤੱਕ ਤੁਸੀਂ ਆਪਦੇ ਬੱਚਿਆਂ ਨੂੰ ਮਰਵਾ ਕੇ, ਬੱਚਿਆਂ ਦਾ ਲਹੂ ਲੁਹਾਨ ਕਢਾ ਕੇ, ਉਹਦੀ ਲੱਤਾਂ ਕੁਟਾ ਕੇ, 10-10, 20-20 ਬੰਦੇ ਇੱਕ ਬੰਦੇ ਨੂੰ ਚੱਕ ਕੇ ਲੈ ਜਾਂਦੇ, ਲੱਤਾਂ ਤੋੜ ਦਿੰਦੇ, ਸਿਰ ਪਾੜ ਦਿੰਦੇ ਹੈ। ਇਹ ਮੈਂ ਤਾਂ ਪਹਿਲਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਸਰਕਾਰ ਨੂੰ ਵੀ ਕਿੱਥੇ ਦੀ ਮਰਦਾਨਗੀ ਹੈ ਤੁਹਾਡੀ ਹੈ ਜੀ? ਤੁਹਾਡੇ ਆਪਦੇ ਬੱਚਿਆਂ ਨੂੰ ਤੁਸੀਂ ਇਹੋ ਜਿਹਾ ਜ਼ੁਲਮ ਕਰ ਰਹੇ ਹੋ ਉਹਨਾਂ ਦੇ। ਤੇ ਮੈਨੂੰ ਇਸ ਗੱਲ ਦਾ ਬੜਾ ਮੈਂ ਹੈਰਾਨ ਆ ਜਥੇਬੰਦੀਆਂ ਦੇ, ਕਿਉਂਕਿ ਵੱਡ ਵਡੇਰੇ ਨੇ, ਮੈਂ ਤਾਂ ਹਮੇਸ਼ਾ ਉਹਨਾਂ ਦੀ ਦੀਦ ਕਰਦਾ, ਉਹਦੇ ਪਿੱਛੇ ਚੱਲਦਾ, ਪਰ ਕਦ ਤੱਕ ਸੁਖਵਿੰਦਰ ਆਪਾਂ ਇਹ ਗੱਲ ਬਰਦਾਸ਼ਤ ਕਰ ਲਾਂਗੇ? ਬਾਬਾ ਜੀ, ਇੱਕ ਖਬਰ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਹੁਣ ਜਿਹੜੀ ਮੈਂ ਗੱਲ ਤੁਹਾਨੂੰ ਕਹਿ ਰਿਹਾ ਸੀ,
ਉਸ ਖਬਰ ਦੇ ਵਿੱਚ ਜਿਹੜੀ ਅੱਜ ਹੁਣ ਮੁਲਾਕਾਤ ਕਰਨ ਜਾ ਰਹੇ ਆ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ, ਅਮਿਤ ਸ਼ਾਹ ਦੇ ਨਾਲ, ਆਪਣੇ ਪੰਜਾਬ ਦੇ 3 ਕੈਬਨਿਟ ਮੰਤਰੀ ਤੇ 1 MLA, ਇਸੇ ਮਾਮਲੇ ਦੇ ਵਿੱਚ ਜਿਹੜੇ ਲਾਪਤਾ ਨੌਜਵਾਨ ਨੇ, ਕੀ ਤੁਹਾਨੂੰ ਲੱਗਦਾ ਕਿ ਸਿਰਫ ਇਸੇ ਮੁੱਦੇ ਤੇ ਹੀ ਗੱਲਬਾਤ ਕਰਨੀ ਚਾਹੀਦੀ ਹੈ ਜਾਂ ਫਿਰ ਮਾਮਲੇ ਨੂੰ ਹੱਲ ਕਰਵਾਉਣ ਦੇ ਲਈ ਵੀ ਇਸ ਨੂੰ ਗੱਲਬਾਤ ਕਰਨੀ ਚਾਹੀਦੀ ਹੈ? ਤੇ ਦੂਜੀ ਗੱਲ ਇਹ ਹੈ ਵੀ ਇੰਨਾ ਅਹਿਮ ਮੁੱਦਾ ਜਿਹੜਾ ਚੱਲ ਰਿਹਾ ਹੈਗਾ, ਇਹ ਬੜਾ ਅਹਿਮ ਮੁੱਦਾ ਲਾਪਤਾ ਨੌਜਵਾਨਾਂ ਦੇ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜੇਕਰ ਆਪਾਂ ਨੂੰ ਟਾਈਮ ਮਿਲਿਆ ਤਾਂ ਕੀ ਮੁੱਖ ਮੰਤਰੀ ਨੂੰ ਖੁਦ ਜਾ ਕੇ ਨਹੀਂ ਸੀ ਮੀਟਿੰਗ ਕਰਨੀ ਚਾਹੀਦੀ? ਆਹੀ ਤਾਂ ਮੈਂ ਗੱਲ ਕਹਿਣਾ ਵੀ ਤੁਸੀਂ ਜਾ ਕੇ ਆਪਣੇ ਮੰਤਰੀਆਂ ਨੂੰ ਕਿਉਂ ਭੇਜਦੇ ਹੋ? ਤੁਸੀਂ ਆਪ ਜਾਓ, ਮੂਹਰੇ ਲੱਗੋ। ਤੁਸੀਂ ਸ਼ੇਰ ਬੰਦੇ ਹੋ, ਪੰਜਾਬ ਦੇ ਜੱਟ ਬੰਦੇ ਹੋ, ਖਾਨਦਾਨੀ ਬੰਦੇ ਹੋ, ਤੁਹਾਡੇ ਖਾਨਦਾਨ ਬੋਲਦਾ ਹੈ, ਪੰਜਾਬ ਵਾਸਤੇ ਇਹਨਾਂ ਨੇ ਬਹੁਤ ਕੁਝ ਕੀਤਾ ਤੇ ਇਹਨਾਂ ਨੂੰ ਮੁੱਖ ਮੰਤਰੀ ਜੀ ਨੂੰ ਆਪ ਜਾਣਾ ਚਾਹੀਦਾ, ਆਪ ਗੱਲ ਕਰਨੀ ਚਾਹੀਦੀ ਹੈ, ਠੋਕ ਕੇ ਗੱਲ ਕਰਨੀ ਚਾਹੀਦੀ ਹੈ। ਆਪ ਜਾਓ, ਆਪਣੇ ਮੰਤਰੀ ਮੰਡਲ ਨਾਲ ਲੈ ਕੇ ਜਾਓ, ਆਪਣਾ IG ਵਗੈਰਾ ਸਾਰੇ ਨਾਲ ਲੈ ਕੇ ਜਾਓ, ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਲੇਕਿਨ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਹੈ ਵੀ ਗੱਲ ਪਹਿਲਾਂ ਮੁੱਦੇ ਦੀ ਕਰੋ, ਬਿੱਲਾਂ ਦੀ ਕਰੋ ਕਿ ਜੀ ਮੈਂ ਇਹਦੇ ਨਾਲ ਮੁੰਡਿਆਂ ਦੀ ਗੱਲ ਕਰਕੇ ਜਿਹੜੇ ਸਾਡੇ ਬਿੱਲ ਨੇ ਵਾਪਸ ਅਸੀਂ ਲੈਣੇ ਨੇ, ਭਾਵੇਂ ਜੋ ਮਰਜ਼ੀ ਹੋ ਜਾਏ। ਮੁੱਖ ਮੰਤਰੀ ਨੂੰ ਕਹਿਣਾ ਚਾਹੀਦਾ ਹੈ ਵੀ ਜੇ ਤੁਸੀਂ ਬਿੱਲ ਵਾਪਸ ਨਾ ਲਏ ਤਾਂ ਅਸੀਂ ਤੇ ਪੰਜਾਬ ਪੁਲਿਸ ਜੋ ਵੀ ਸਿਰ ਇੱਕ ਜੀ ਜਿਹੜਾ ਪੰਜਾਬ ਦਾ, ਉਹ ਅਸੀਂ ਕਿਸਾਨਾਂ ਦੇ ਨਾਲ ਹੈਗੇ ਆ, ਖੜੇ ਆ ਤੇ ਖੜੇ ਰਵਾਂਗੇ। ਇਹ ਵੀ ਉਹਨਾਂ ਨੂੰ ਕਹਿਣਾ ਚਾਹੀਦਾ। ਤੇ ਜੇ ਸਾਡਾ ਕੋਈ ਮੁੰਡਾ ਨਜਾਇਜ਼ ਮਰ ਗਿਆ ਜਾਂ ਮੁੰਡੇ ਨੂੰ ਸਾਡੇ ਮੁੰਡੇ ਨਾ ਮਿਲੇ, ਅਸੀਂ ਫਿਰ ਵੀ ਤੁਹਾਡੇ ਤੇ ਕਾਰਵਾਈ ਕਰਾਂਗੇ, ਉਹ ਗੁੰਡਿਆਂ ਤੇ ਜਾਂ ਪੁਲਿਸ ਵਾਲੇ ਤੇ ਜਿਨ੍ਹਾਂ ਨੇ ਕੰਮ ਕੀਤਾ। ਇਹ ਗੱਲ ਤਾਂ ਹੁਣ ਜਿਹੜਾ CM ਹੁੰਦਾ ਹੈ ਉਹ ਬਹੁਤ ਵੱਡੇ ਅਹੁਦੇ ਤੇ ਇੱਕ ਸਟੇਟ ਚਲਾਉਂਦਾ, ਤੇ ਮੈਂ ਸਮਝਦਾ ਅਮਰਿੰਦਰ ਸਿੰਘ ਜੀ ਨੂੰ ਜਾ ਕੇ ਗੱਲ ਜ਼ਰੂਰ ਠੋਕ ਕੇ ਕਰਨੀ ਚਾਹੀਦੀ ਹੈ ਔਰ ਅਮਿਤ ਸ਼ਾਹ ਦੇ ਅੱਖ ਚੱਕ ਪਾ ਕੇ ਗੱਲ ਕਰਨੀ ਚਾਹੀਦੀ ਹੈ ਵੀ ਤੂੰ ਗ੍ਰਹਿ ਮੰਤਰੀ ਹੈ ਤਾਂ ਮੈਂ ਮੁੱਖ ਮੰਤਰੀ ਹਾਂ। ਮੇਰੇ ਸਟੇਟ ਦਾ ਸਵਾਲ ਹੈ, ਕਿਸਾਨਾਂ ਦਾ ਸਵਾਲ ਹੈ, ਤੇ ਮੈਨੂੰ ਦੱਸੋ ਵੀ ਸਾਡੇ ਮੁੰਡੇ ਕਿੱਥੇ ਨੇ ਔਰ ਤੁਸੀਂ ਕਿਉਂ ਕੁੱਟੇ, ਕਿਉਂ ਮਾਰੇ, ਕੀ ਗੱਲ? ਮਤਲਬ ਮੈਂ ਤਾਂ ਹੁਣ ਗੱਲ ਇਹਨੂੰ ਅੱਗੇ ਚੱਲ ਕੇ ਵੀ ਕਹਿ ਸਕਦਾ ਜਾਂ ਗੱਲ ਨੂੰ ਵਧਾ ਵੀ ਸਕਦਾ, ਪਰ ਇਹ ਆਪਣੀ ਜ਼ਿੰਮੇਵਾਰੀ ਬਣਦੀ ਮੁੱਖ ਮੰਤਰੀ ਦੀ, ਤੁਸੀਂ ਜਾ ਕੇ ਲੈ ਕੇ ਜਾਓ। ਪੰਜਾਬ ਦੇ ਇੱਕ ਜਿਹੜਾ ਸਾਹ ਲੈਂਦਾ ਇਸ ਧਰਤੀ ਤੇ, ਉਹਨੂੰ ਕਿਸਾਨਾਂ ਦੇ, ਹਿੰਦੁਸਤਾਨ ਦੇ ਕਿਸਾਨਾਂ ਬਾਰੇ, ਪੰਜਾਬ ਦੇ ਮੁੰਡਿਆਂ ਬਾਰੇ, ਜਾਂ ਮੁੰਡੇ ਜਿਹੜੇ ਫੜੇ ਗਏ ਆ, ਕੁੱਟੇ ਮਾਰੇ ਆ ਜਾਂ ਗਾਇਬ ਹੋ ਗਏ ਆ, ਉਹਨਾਂ ਦਾ ਮੁੱਦਾ ਜ਼ਰੂਰ ਚੱਕਣਾ ਚਾਹੀਦਾ। ਲੇਕਿਨ ਇਹਦੇ ਨਾਲ ਕਿਸਾਨਾਂ ਦਾ ਮੁੱਦਾ ਜ਼ਰੂਰ ਨਾਲ ਚੱਲਣਾ ਚਾਹੀਦਾ। ਦੋਨੋਂ ਮੁੱਦੇ ਬਹੁਤ ਜ਼ਰੂਰੀ ਨੇ ਇਸ ਵਕਤ। ਔਰ ਇਹ ਗੱਲ ਕਹਿ ਦੇਣੀ ਚਾਹੀਦੀ ਹੈ ਕਿ ਜੇ ਮੁੜ ਕੇ ਪਥਰਾਵਬਾਜ਼ੀ ਕੀਤੀ, ਮੁੜ ਕੇ ਗੁੰਡਾਗਰਦੀ ਕੀਤੀ, ਆਪਣੀ ਤੁਹਾਡੀ ਨਾਲ ਰਲੀ, ਫਿਰ ਅਸੀਂ ਵੀ ਜਿਹੜਾ ਇੱਟ ਦਾ ਜਵਾਬ ਫਿਰ ਪੱਥਰ ਨਾਲ ਦਿਆਂਗੇ। ਫਿਰ ਨਾ ਜੀ ਕਿਉਂ, ਇਹ ਜ਼ਰੂਰੀ ਹੋ ਗਿਆ ਕਿਉਂਕਿ ਤੁਸੀਂ ਕਦ ਤੱਕ ਜ਼ੁਲਮ ਸਹਿ ਸਕਦੇ ਹੋ? ਗੁਰੂ ਸਾਹਿਬ ਨੇ ਆਖਿਆ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਉਸ ਤੋਂ ਵੱਡਾ ਪਾਪ। ਸੋ ਮੇਰਾ ਖਿਆਲ ਇੰਨਾ ਜ਼ੁਲਮ ਹੋ ਰਿਹਾ, ਇਹ ਠੀਕ ਨਹੀਂ ਹੈ। ਇਹ ਜਾ ਕੇ ਸਾਡੇ ਮੁੱਖ ਮੰਤਰੀ ਨੂੰ ਠੋਕ ਕੇ ਗੱਲ ਕਰਨੀ ਚਾਹੀਦੀ ਹੈ। ਬਿਲਕੁਲ। ਤਾਂ ਹੁਣ ਤੁਸੀਂ ਜਿਹੜਾ ਕਿਸ ਦਿਨ ਜਾ ਰਹੇ ਹੋ ਦਿੱਲੀ ਦੇ ਵਿੱਚ? ਤੁਸੀਂ ਕਹਿ ਰਹੇ ਸੀ ਕਿ ਮੈਂ ਥੋੜੇ ਦਿਨਾਂ ਤੱਕ ਦਿੱਲੀ ਨੂੰ ਜਾ ਰਿਹਾ, ਤੇ ਕੀ ਪ੍ਰੋਗਰਾਮ ਤੁਹਾਡਾ ਹੈਗਾ? ਮੈਂ ਡਾਕਟਰ ਨਾਲ ਗੱਲ ਕੀਤੀ ਸੀ, ਆਪਣੇ ਟ੍ਰੇਨਰ ਨਾਲ ਵੀ ਗੱਲ ਕੀਤੀ ਸੀ। ਮੈਂ ਕਿਹਾ ਵੀ ਮੇਰਾ ਇੱਥੇ ਦਿਲ ਨਹੀਂ ਲੱਗਦਾ, ਘਰਦਿਆਂ ਨੂੰ ਵੀ ਕਿਹਾ ਸੀ। ਮੈਂ ਕਿਹਾ ਮੈਂ ਜਾਣਾ ਚਾਹੁੰਦਾ, ਔਰ ਮੈਨੂੰ ਜਸਦੀਪ ਭਾਜੀ ਹੋਣਾ ਦਾ, ਸਾਰਿਆਂ ਦਾ, ਕਸ਼ਮੀਰਾ ਹੋਣਾ ਦਾ ਫੋਨ ਉੱਥੋਂ ਆਏ ਕਿ ਬਾਈ ਜੀ ਤੁਸੀਂ ਆਓ। ਮੈਂ ਕਿਹਾ ਯਾਰ ਮੈਂ ਹੁਣ ਇਹ ਸੋਚਦਾ ਵੀ ਆ 4-5 ਦਿਨ ਆਪਣਾ ਜਿਹੜਾ ਇਲਾਜ ਆ ਪੂਰਾ ਕੋਰਸ ਇੰਜੈਕਸ਼ਨਾਂ ਦਾ ਕਰਕੇ ਫਰਾਈਡੇ ਤੱਕ, ਵੀਰਵਾਰ ਤੱਕ, ਸ਼ੁੱਕਰਵਾਰ ਤੱਕ ਮੁੱਕ ਜੂਗਾ। ਤੇ ਮੈਂ ਫਿਰ ਆਪਣਾ ਟ੍ਰੇਨਰ ਤੇ ਡਾਕਟਰ ਨਾਲ ਲੈ ਕੇ ਅਸੀਂ ਪਲਾਨ ਕਰ ਰਹੇ ਹਾਂ ਵੀ ਸ਼ਨੀਚਰਵਾਰ ਨੂੰ ਅਸੀਂ ਕਾਫੀ ਜਥਾ ਲੈ ਕੇ ਇੱਥੋਂ ਮੁੰਡਿਆਂ ਨੂੰ ਮੈਂ ਅਪੀਲ ਕੀਤੀ ਹੈ, ਚੰਡੀਗੜ੍ਹ ਦੇ, ਪੰਜਾਬ ਦੇ, ਹਰਿਆਣਾ ਦੇ ਸਾਰੇ ਮੁੰਡਿਆਂ ਨੂੰ ਅਸੀਂ ਪ੍ਰੋਗਰਾਮ ਬਣਾ ਕੇ ਤੇ ਅਸੀਂ ਇੱਥੋਂ ਚਾਹੁੰਦੇ ਹਾਂ ਵੀ 200, 400, 500 ਗੱਡੀ ਇੱਥੋਂ ਲੈ ਕੇ ਉੱਥੇ ਜਾਈਏ ਤੇ ਉੱਥੇ ਰਾਤ ਨੂੰ ਵੀ ਪਹਿਰਾ ਦਈਏ ਤੇ ਕਿਸਾਨਾਂ ਨਾਲ ਗੱਲ ਕਰੀਏ। ਇਹ ਨਹੀਂ ਵੀ ਜਾ ਕੇ ਸਟੇਜ ਤੇ ਹੀ ਬੋਲਣਾ ਜ਼ਰੂਰੀ ਹੈ, ਮੈਂ ਕੋਈ ਬੋਲਣ ਚ ਇੰਨਾ ਵਿਸ਼ਵਾਸ ਰੱਖਦਾ। ਸੋ ਅਸੀਂ ਇਹ ਸਾਰਾ ਕੁਝ ਮੈਂ ਪਲਾਨ ਕਰ ਰਿਹਾ ਤੇ ਮੈਂ ਅਪੀਲ ਵੀ ਕਰ ਰਿਹਾ ਹੱਥ ਜੋੜ ਕੇ ਸਾਰੇ ਪੰਜਾਬ ਵਾਸੀਆਂ ਨੂੰ ਵੀ ਆਪਾਂ ਸ਼ਨੀਵਾਰ ਨੂੰ ਜਾਂ ਐਤਵਾਰ ਨੂੰ ਪ੍ਰੋਗਰਾਮ ਬਣਾ ਲਓ ਤੇ ਆਪਾਂ ਇਕੱਠੇ ਹੋ ਕੇ ਪੰਜਾਬ ਉੱਥੇ ਦਿੱਲੀ ਨੂੰ ਕੂਚ ਕਰੀਏ, ਉੱਥੇ ਜਾ ਕੇ ਆਪਾਂ ਪਹਿਰੇ ਦਈਏ ਔਰ ਆਪਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਖੜੇ ਹੋਈਏ। ਆਪਾਂ ਖੜੇ ਆ ਸ਼ੁਰੂ ਤੋਂ ਹੀ, ਮੈਂ ਤਾਂ ਪਹਿਲੇ ਦਿਨ ਤੋਂ ਹੀ ਖੜਾ ਤੇ ਲੇਕਿਨ ਫਿਰ ਵੀ ਇਹ ਸਾਰੇ ਹੁਣ ਜਿਹੜੀ ਜਵਾਨੀ ਜਾਗੀ ਹੈ, ਜਵਾਨੀ ਨੂੰ ਦੇਖ ਕੇ ਮੇਰਾ ਦਿਲ ਕਰਦਾ ਵੀ ਸਾਨੂੰ ਪਹਿਰਾ ਦੇਣਾ ਬਹੁਤ ਜ਼ਰੂਰੀ ਹੈ। ਔਰ ਇਹ ਗੱਲ ਵੀ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਦੇਖੋ ਭਾਈ ਹੁਣ ਪੱਥਰਬਾਜ਼ੀ ਨਾ ਕਰਿਓ, ਹੁਣ ਕੋ ਸਾਡੇ ਮੁੰਡੇ ਤੇ ਹੱਥ ਨਾ ਚੁੱਕਿਓ, ਆ ਕੰਮ ਤੁਸੀਂ ਛੱਡ ਦਿਓ, ਕਿਉਂਕਿ ਫਿਰ ਜੇ ਪਿਆਰ ਨਾਲ ਨਹੀਂ ਗੱਲ ਸੁਲਝੂਗੀ ਤਾਂ ਮੁੜ ਕੇ ਫਿਰ ਇਹ ਗੱਲ ਫਿਰ ਸਾਨੂੰ ਆਪਣੇ ਹਿਸਾਬ ਨਾਲ ਕਰਨੀ ਵੀ। ਬਿਲਕੁਲ। ਤਾਂ ਯੋਗਰਾਜ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਤੇ ਇਹ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਸਰਦਾਰ ਯੋਗਰਾਜ ਸਿੰਘ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਿਲ ਕੇ ਬਹੁਤ ਸਾਰੇ ਇਹ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ। ਤੇ ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਨਵੇਂ ਮੁੱਦਿਆਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।